ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਅਜਮੇਰ ਸਿੰਘ ਜੀ ਦੀ ਰਚਨਾ 20ਵੀਂ ਸਦੀ ਦੀ ਸਿੱਖ ਰਾਜਨੀਤੀ ਭਾਗ 40ਵਾਂ। ਹਰੇ ਇਨਕਲਾਬ ਨੇ ਸਫਲਤਾ ਦਾ ਰਵਾਇਤੀ ਸੰਕਲਪ ਤੋੜ ਦਿੱਤਾ ਸੀ, ਪਰ ਇਹਨਾਂ ਟੀਚਿਆਂ ਨੂੰ ਹਾਸਲ ਕਰਨ ਦੇ ਮੌਕੇ ਬਹੁਤੇ ਆਮ ਨਹੀਂ ਸਨ ਅਤੇ ਨਾ ਹੀ ਇਹਨਾਂ ਨੂੰ ਹਾਸਲ ਕਰਨ ਦੇ ਸੰਸਥਾਗਤ ਸਾਧਨ ਇੰਨੇ ਮੌਕਲੇ ਸਨ ਕਿ ਇਹਨਾਂ ਮੱਧ ਵਰਗੀ ਆਸ਼ਾਵਾਂ ਦੀ ਤ੍ਰਿਪਤੀ ਹੋ ਸਕਦੀ। ਸਫਲਤਾ ਦੀ ਇਸ ਮੰਜ਼ਿਲ ਦੇ ਰਾਹ ਵਿੱਚ ਢੇਰ ਸਾਰੀਆਂ ਢਾਂਚਾਗਤ ਰੋਕਾਂ ਸਨ ਜਿਨ੍ਹਾਂ ਨੂੰ ਪਾਰ ਕਰ ਸਕਣਾ ਸਹਿਲ ਨਹੀਂ ਸੀ। ਇਸ ਤਰ੍ਹਾਂ ਸਿੱਖ ਮੱਧ ਵਰਗ ਨੂੰ ਕਾਇਮ ਮੁਕਾਮ ਆਰਥਿਕ ਤੇ ਰਾਜਸੀ ਢਾਂਚੇ ਅੰਦਰ ਵੱਡੀਆਂ ਤਬਦੀਲੀਆਂ ਦੀ ਸ਼ਿੱਦਤ ਭਰੀ ਲੋੜ ਮਹਿਸੂਸ ਹੋਣ ਲੱਗੀ ਅਤੇ ਉਹ ਸਿੱਖ ਕੌਮ ਦੇ ਰਾਜਸੀ ਰਹਿਬਰਾਂ ਕੋਲੋਂ ਇਸ ਦਿਸ਼ਾ ਵਿੱਚ ਫੌਰੀ ਤੇ ਅਸਰਦਾਰ ਕਦਮ ਚੁੱਕਣ ਦੀ ਉਮੀਦ ਤੇ ਮੰਗ ਕਰਨ ਲੱਗ ਪਿਆ। ਸਿੱਖ ਸਮਾਜ ਅੰਦਰਲੀਆਂ ਸਰਮਾਏਦਾਰ ਤਾਕਤਾਂ ਦੋਹਰੀ ਸਥਿਤੀ ਵਿੱਚ ਫਸੀਆਂ ਹੋਈਆਂ ਸਨ। ਉਹਨਾਂ ਦੀਆਂ ਸਰਮਾਏਦਾਰ ਰੁਚੀਆਂ ਉਹਨਾਂ ਨੂੰ ਹਿੰਦੂ ਹਾਕਮਾਂ ਨਾਲ ਭਾਈਵਾਲੀ ਦੇ ਰਾਹ ਦੀ ਖਿੱਚ ਪਾ ਰਹੀਆਂ ਸਨ, ਪਰ ਘੱਟ ਗਿਣਤੀ ਵਰਗ ਹੋਣ ਦਾ ਸ਼ਰਾਪ ਉਹਨਾਂ ਦੇ ਇਹਨਾਂ ਯਤਨਾਂ ਤੇ ਪੱਟੀ ਨਹੀਂ ਸੀ ਵੱਜਣ ਦੇ ਰਿਹਾ। ਸਿੱਖ ਸਰਮਾਏਦਾਰ ਵਰਗ ਦੀ ਵੱਧ ਰਹੀ ਆਰਥਿਕ ਹੈਸੀਅਤ ਭਾਰਤ ਦੀ ਹਿੰਦੂ ਸਰਮਾਏਦਾਰੀ ਅੰਦਰ ਨਾ ਸਿਰਫ ਜਮਾਤੀ ਜਲਣ ਪੈਦਾ ਕਰਦੀ ਹੈ, ਸਗੋਂ ਨਾਲ ਹੀ ਫਿਰਕੂ ਸਾੜੇ ਦੀ ਅੱਗ ਵੀ ਭੜਕਾਉਂਦੀ ਹੈ। ਹਿੰਦੂਵਾਦੀ ਤਾਕਤ ਨੂੰ ਸਿੱਖ ਕੌਮ ਦਾ ਆਰਥਿਕ ਅਤੇ ਰਾਜਸੀ ਪੱਖ ਤੋਂ ਬਲਸ਼ਾਲੀ ਹੋਣਾ ਫੁੱਟੀ ਅੱਖ ਨਹੀਂ ਪਾਉਂਦਾ। ਪੰਜਾਬ ਅੰਦਰ ਅਕਾਲੀ ਕਾਂਗਰਸ ਪਾਰਟੀ ਦੀ ਮੁੱਖ ਸ਼ਰੀਕ ਧਿਰ ਹੋਣ ਕਰਕੇ ਕਾਂਗਰਸੀ ਆਗੂਆਂ ਦਾ ਹਮੇਸ਼ਾ ਇਹ ਯਤਨ ਰਿਹਾ ਕਿ ਅਕਾਲੀ ਦਲ ਨੂੰ ਪੰਜਾਬ ਅੰਦਰ ਸੱਤਾ ਵਿੱਚ ਆਉਣ ਤੋਂ ਹਰ ਹੀਲੇ ਰੋਕਿਆ ਜਾਵੇ ਅਤੇ ਜੇਕਰ ਸਭ ਰੋਕਾਂ ਭੰਨ ਕੇ ਉਹ ਸੱਤਾ ਵਿੱਚ ਆ ਵੀ ਜਾਵੇ ਤਾਂ ਉਸ ਨੂੰ ਜਿੰਨੀ ਜਲਦੀ ਹੋ ਸਕੇ ਸੱਤਾ ਤੋਂ ਲਾਂਭੇ ਕਰ ਦਿੱਤਾ ਜਾਵੇ। ਸੋ ਕੇਂਦਰ ਵਿੱਚ ਕਾਂਗਰਸੀ ਹਕੂਮਤ ਦੇ ਹੁੰਦਿਆਂ ਅਕਾਲੀ ਲੀਡਰਸ਼ਿਪ ਲਈ ਹਿੰਦੂ ਹਾਕਮਾਂ ਨਾਲ ਸਮਝੌਤੇ ਤੇ ਸਾਂਝ ਭਿਆਲੀ ਦੇ ਰਾਹ ਤੇ ਅੱਗੇ ਵਧਣ ਦੀਆਂ ਸੰਭਾਵਨਾਵਾਂ ਬਹੁਤ ਹੀ ਮੱਧਮ ਸਨ। ਇਹ ਨਹੀਂ ਕਿ ਅਕਾਲੀ ਲੀਡਰਸ਼ਿਪ ਕਾਂਗਰਸੀ ਹਾਕਮਾਂ ਨਾਲ ਸਮਝੌਤੇ ਦੀ ਇੱਛਾ ਜਾਂ ਰੁਚੀ ਨਹੀਂ ਸੀ ਰੱਖਦੀ। ਅਸਲ ਗੱਲ ਇਹ ਸੀ ਕਿ ਕਾਂਗਰਸ ਹਾਕਮ ਆਪਣੀਆਂ ਗਲਬਾ ਪ੍ਰਸਤ ਰੁਚੀਆਂ ਤੇ ਫਿਰਕੂ ਬਦਗੁਮਾਨੀਆਂ ਦੀ ਵਜ੍ਹਾ ਕਰਕੇ ਅਕਾਲੀ ਲੀਡਰਸ਼ਿਪ ਨੂੰ ਆਪਣੀ ਛੱਤ ਹੇਠ ਸਨਮਾਨਜਨਕ ਜਗ੍ਹਾ ਦੇਣ ਲਈ ਤਿਆਰ ਨਹੀਂ ਸਨ। ਅਕਾਲੀ ਆਗੂਆਂ ਦੁਆਰਾ 1948 ਤੋਂ 1956 ਵਿੱਚ ਕਾਂਗਰਸੀ ਹਾਕਮਾਂ ਨਾਲ ਕੀਤੇ ਗਏ ਸਮਝੌਤੇ ਬਹੁਤੇ ਸਾਰਥਕ ਨਹੀਂ ਸਨ ਸਾਬਤ ਹੋਏ। ਫਿਰ 1970 ਤੋਂ 71 ਵਿੱਚ ਵੀ ਅਕਾਲੀ ਲੀਡਰਸ਼ਿਪ ਦੇ ਸਮਝੌਤਾ ਯਤਨਾਂ ਨੂੰ ਕਾਂਗਰਸੀ ਹਾਕਮਾਂ ਵੱਲੋਂ ਕੋਈ ਉਤਸ਼ਾਹੀ ਹੁੰਗਾਰਾ ਨਹੀਂ ਸੀ ਮਿਲਿਆ। 1971 ਤੋਂ 73 ਦਾ ਕਾਲ ਖੰਡ ਅਕਾਲੀ ਲੀਡਰਸ਼ਿਪ ਲਈ ਬਦਸ਼ਗਨੀਆਂ ਭਰਿਆ ਸੀ। ਜੂਨ 1971 ਵਿੱਚ ਬਾਦਲ ਦੀ ਅਗਵਾਈ ਹੇਠਲੀ ਅਕਾਲੀ ਵਜ਼ਾਰਤ ਅਦਵਾਟੇ ਹੀ ਦਮ ਤੋੜ ਗਈ ਸੀ। 1971 ਤੇ 1972 ਵਿੱਚ ਇੱਕੋ ਸਾਲ ਦੇ ਅਰਸੇ ਅੰਦਰ ਅਕਾਲੀ ਦਲ ਨੂੰ ਉਪਰੋਥਲੀ ਪਹਿਲਾਂ ਲੋਕ ਸਭਾ ਦੀਆਂ ਤੇ ਫਿਰ ਵਿਧਾਨ ਸਭਾ ਦੀਆਂ ਚੋਣਾਂ ਅੰਦਰ ਲੱਕ ਤੋੜਵੀਂ ਹਾਰ ਦਾ ਮੂੰਹ ਦੇਖਣਾ ਪੈ ਗਿਆ। 1972 ਵਿੱਚ ਕਾਂਗਰਸ ਦਾ 5 ਸਾਲਾਂ ਦੇ ਵਕਫੇ ਬਾਅਦ ਮੁੜ ਪੂਰੀ ਚੜ੍ਹਾਈ ਨਾਲ ਪੰਜਾਬ ਅੰਦਰ ਹਕੂਮਤੀ ਤਾਕਤ ਉੱਤੇ ਬਿਰਾਜਮਾਨ ਹੋ ਜਾਣਾ ਅਕਾਲੀ ਆਗੂਆਂ ਲਈ ਵੱਡੀ ਨਮੋਸ਼ੀ ਤੇ ਮਿਹਣੇ ਵਾਲੀ ਗੱਲ ਸੀ। ਕੇਂਦਰ ਵਿੱਚ ਵੀ ਕਾਂਗਰਸ ਦੀ ਮਜ਼ਬੂਤ ਸਰਕਾਰ ਹੋਣ ਕਰਕੇ ਅਕਾਲੀ ਦਲ ਨੂੰ ਪੰਜਾਬ ਅੰਦਰ 5 ਸਾਲਾਂ ਤੋਂ ਪਹਿਲਾਂ ਹਕੂਮਤੀ ਆਸਣ ਗ੍ਰਹਿਣ ਕਰਨ ਦੀ ਕੋਈ ਦੂਰ ਦੀ ਵੀ ਸੰਭਾਵਨਾ ਨਜ਼ਰ ਨਹੀਂ ਸੀ ਆਉਂਦੀ। ਇਹ ਹਾਲਤ ਯਕੀਨਨ ਹੀ ਅਕਾਲੀ ਲੀਡਰਸ਼ਿਪ ਉੱਤੇ ਬੇਦਿਲੀ ਤੇ ਮਾਯੂਸੀ ਦਾ ਅਸਰ ਛੱਡ ਰਹੀ ਸੀ। 1972 ਵਿੱਚ ਹੀ ਸੰਤ ਫਤਿਹ ਸਿੰਘ ਤੇ ਸੰਤ ਚੰਨਣ ਸਿੰਘ ਦੇ ਅਲੱਗ ਅੱਗੜ ਪਿਛੜ ਚਾਲਾਣਾ ਕਰ ਜਾਣ ਨਾਲ ਅਕਾਲੀ ਦਲ ਦੇ ਅੰਦਰ ਲੀਡਰਸ਼ਿਪ ਦਾ ਖਲਾਅ ਪੈਦਾ ਹੋ ਗਿਆ ਸੀ।
ਭਾਵੇਂ ਮਗਰਲੇ 2-3 ਸਾਲਾਂ ਅੰਦਰ ਇਸ ਸੰਤ ਜੋੜੀ ਦੇ ਵਕਾਰ ਤੇ ਅਸਰ ਰਸੂਖ ਨੂੰ ਤਗੜਾ ਖੋਰਾ ਲੱਗ ਗਿਆ ਸੀ, ਪਰ ਫਿਰ ਵੀ ਅਕਾਲੀ ਦਲ ਅੰਦਰ 10 ਸਾਲਾਂ ਤੋਂ ਸੰਤ ਫਤਿਹ ਸਿੰਘ ਦੇ ਹਰ ਵਚਨ ਨੂੰ ਸਤ ਵਚਨ ਕਹਿ ਕੇ ਪ੍ਰਵਾਨ ਕਰ ਲੈਣ ਦੀ ਜੋ ਪ੍ਰਥਾ ਤੁਰੀ ਆਉਂਦੀ ਸੀ, ਉਸ ਦੀ ਅਚਾਨਕ ਹੋਈ ਮੌਤ ਨਾਲ ਅਕਾਲੀ ਦਲ ਦੇ ਸਾਹਮਣੇ ਲੀਡਰਸ਼ਿਪ ਦੀ ਸਮੱਸਿਆ ਪੈਦਾ ਹੋਣੀ ਸੁਭਾਵਿਕ ਸੀ। ਜਦ ਕੋਈ ਲਹਿਰ ਜਾਂ ਸੰਗਠਨ ਚੜ੍ਹਤ ਦੀ ਅਵਸਥਾ ਵਿੱਚ ਹੋਵੇ ਤਾਂ ਅਜਿਹੀਆਂ ਸਮੱਸਿਆਵਾਂ ਮੁਕਾਬਲਤਨ ਸੌਖੀਆਂ ਨਜਿੱਠ ਲਈਆਂ ਜਾਂਦੀਆਂ ਹਨ, ਪਰ ਦਲਗੀਰੀ ਦੇ ਆਲਮ ਚੋਂ ਗੁਜ਼ਰ ਰਹੀ ਜਥੇਬੰਦੀ ਲਈ ਲੀਡਰਸ਼ਿਪ ਦੀ ਸਮੱਸਿਆ ਦਾ ਹੱਲ ਇੰਨਾ ਆਸਾਨ ਨਹੀਂ ਰਹਿ ਜਾਂਦਾ। ਭਾਵੇਂ ਅਕਾਲੀ ਦਲ ਦੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨਾਂ ਦੀ ਚੋਣ ਦਾ ਅਮਲ ਬਿਨਾਂ ਕਿਸੇ ਵੱਡੇ ਰਫੜ ਦੇ ਨਿਰਵਿਘਨ ਨੇਪਰੇ ਚੜ ਗਿਆ ਸੀ ਅਤੇ ਜਥੇਦਾਰ ਮੋਹਨ ਸਿੰਘ ਤੁੜ ਤੇ ਜਥੇਦਾਰ ਗੁਰਬਚਨ ਸਿੰਘ ਟੌੜਾ ਨੇ ਕਰਮਵਾਰ ਅਕਾਲੀ ਦਲ ਦੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਾਗਡੋਰ ਸੰਭਾਲ ਲਈ ਸੀ। ਪਰ ਇਸ ਦੇ ਬਾਵਜੂਦ ਸਿੱਖ ਪੰਥ ਅੰਦਰ ਲੀਡਰਸ਼ਿਪ ਦਾ ਮਸਲਾ ਅਜੇ ਅੰਤਮ ਰੂਪ ਵਿੱਚ ਹੱਲ ਨਹੀਂ ਸੀ ਹੋਇਆ। ਅਕਾਲੀ ਦਲ ਦੇ ਅੰਦਰ ਕਈ ਕਿਸਮ ਦੀਆਂ ਤਾਕਤਾਂ ਅਤੇ ਰੁਝਾਨਾਂ ਵਿਚਕਾਰ ਖਿੱਚੋਤਾਣ ਜਾਰੀ ਸੀ। ਭਾਵੇਂ ਇਸ ਨੇ ਅਜੇ ਖੁੱਲ੍ਹਮ ਖੁੱਲ੍ਹਾ ਰੂਪ ਧਾਰਨ ਨਹੀਂ ਸੀ ਕੀਤਾ, ਸ਼ੁਰੂ ਤੋਂ ਹੀ ਅਕਾਲੀ ਦਲ ਦੀ ਅੰਗ ਬਣਤਰ ਤੇ ਕਾਰਜਸ਼ੈਲੀ ਆਮ ਰਾਜਸੀ ਦਲਾਂ ਨਾਲੋਂ ਕਾਫੀ ਅਲੱਗ ਕਿਸਮ ਦੀ ਰਹੀ ਹੈ। ਇਸ ਕੋਲ ਇਸ ਦੀਆਂ ਨੀਤੀਆਂ ਤੇ ਅਮਲੀ ਸਰਗਰਮੀਆਂ ਨੂੰ ਸੇਧ ਮੁਹੱਈਆ ਕਰਨ ਵਾਲਾ ਕੋਈ ਬਾਕਾਇਦਾ ਲਿਖਤੀ ਪ੍ਰੋਗਰਾਮ ਕਦੇ ਵੀ ਨਹੀਂ ਰਿਹਾ। ਇਸ ਦੇ ਸੰਵਿਧਾਨ ਅੰਦਰ ਦਰਜ ਆਮ ਅਸੂਲ ਤੇ ਮਨੋਰਥ ਹੀ ਇਸ ਦੀਆਂ ਨੀਤੀਆਂ ਅਤੇ ਸਰਗਰਮੀਆਂ ਲਈ ਮੋਟੀ ਜਿਹੀ ਆਮ ਸੇਧ ਨਿਰਧਾਰਿਤ ਕਰਦੇ ਰਹੇ ਹਨ। ਅਲੱਗ-ਅਲੱਗ ਮੌਕਿਆਂ ਤੇ ਦਰਪੇਸ਼ ਮਸਲਿਆਂ ਬਾਰੇ ਮਤੇ ਪ੍ਰਵਾਨ ਕਰ ਲਏ ਜਾਂਦੇ ਹਨ ਅਤੇ ਉਹਨਾਂ ਦੇ ਅਨੁਸਾਰ ਹੀ ਸਰਗਰਮੀਆਂ ਦੀ ਰੂਪ ਰੇਖਾ ਉਲੀਕ ਲਈ ਜਾਂਦੀ ਹੈ। ਅਹਿਮ ਮਸਲਿਆਂ ਬਾਰੇ ਜਥੇਬੰਦੀ ਅੰਦਰ ਉੱਪਰ ਤੋਂ ਲੈ ਕੇ ਹੇਠਾਂ ਤੱਕ ਅਲੱਗ-ਅਲੱਗ ਕਿਸਮ ਦੇ ਵਿਚਾਰਾਂ ਤੇ ਰਾਵਾਂ ਨੂੰ ਜਾਣਨ, ਇਹਨਾਂ ਬਾਰੇ ਜਥੇਬੰਦੀ ਅੰਦਰ ਗਹਿਰ ਗੰਭੀਰ ਵਿਚਾਰ ਵਟਾਂਦਰਾ ਕਰਨ ਅਤੇ ਅਕਾਲੀ ਦਲ ਦੇ ਬੁਨਿਆਦੀ ਮਨੋਰਥਾਂ ਦੀ ਰੌਸ਼ਨੀ ਵਿੱਚ ਅੰਤਮ ਨਿਰਣੇ ਲੈਣ ਦਾ ਜਮਹੂਰੀ ਤਰੀਕਾਕਾਰ ਅਮਲ ਵਿੱਚ ਲਿਆਉਣ ਦੀ ਪਰਤ ਤੇ ਕੋਸ਼ਿਸ਼ ਘੱਟ ਹੀ ਦੇਖਣ ਨੂੰ ਮਿਲੀ ਹੈ। ਆਮ ਕਰਕੇ ਭਾਰੂ ਸਿੱਖ ਲੀਡਰਸ਼ਿਪ ਵੱਲੋਂ ਆਪਣੀ ਸਿਧਾਂਤਕ ਮਤ ਅਤੇ ਰਾਜਸੀ ਸਹੂਲਤ ਮੁਤਾਬਕ ਨਿਰਣੇ ਤੇ ਫੈਸਲੇ ਲੈਣ ਦੀ ਆਪ ਮਤੀ ਰੀਤ ਦਾ ਹੀ ਵੱਧ ਬੋਲਬਾਲਾ ਰਿਹਾ ਹੈ। ਆਮ ਹਾਲਤ ਅੰਦਰ ਅਕਾਲੀ ਦਲ ਨੂੰ ਇਸ ਆਪ ਹੁਦਰੇ ਢੰਗ ਨਾਲ ਕੰਮ ਕਰਨ ਵਿੱਚ ਕੋਈ ਵੱਡੀ ਦਿੱਕਤ ਨਹੀਂ ਆਈ, ਪਰ ਸੰਤ ਫਤਿਹ ਸਿੰਘ ਦੀ ਮੌਤ ਤੋਂ ਬਾਅਦ ਅਕਾਲੀ ਦਲ ਦੇ ਸਾਹਮਣੇ ਜੋ ਹਾਲਤ ਪੈਦਾ ਹੋ ਗਈ ਸੀ, ਉਸਨੇ ਅਕਾਲੀ ਲੀਡਰਸ਼ਿਪ ਨੂੰ ਇਸ ਰਵਾਇਤ ਨਾਲੋਂ ਹਟਵਾਂ ਕਦਮ ਚੁੱਕਣ ਲਈ ਮਜਬੂਰ ਕਰ ਦਿੱਤਾ। ਸੰਤ ਫਤਿਹ ਸਿੰਘ ਤੋਂ ਬਾਅਦ ਹੋਰ ਕੋਈ ਵੀ ਅਕਾਲੀ ਆਗੂ ਇਸ ਰੁਤਬੇ ਦੇ ਲਾਇਕ ਨਹੀਂ ਸੀ ਕਿ ਉਹ ਦਲ ਦੀਆਂ ਨੀਤੀਆਂ ਸੰਬੰਧੀ ਆਪ ਮਤੇ ਢੰਗ ਨਾਲ ਨਿਰਣੇ ਲੈਣ ਦਾ ਅਧਿਕਾਰ ਪੁਗਾ ਸਕਦਾ। ਅਲੱਗ-ਅਲੱਗ ਵਰਗਾਂ ਤੇ ਵਿਅਕਤੀਆਂ ਵੱਲੋਂ ਅਕਾਲੀ ਦਲ ਦੀਆਂ ਨੀਤੀਆਂ ਨੂੰ ਆਪੋ ਆਪਣੇ ਜਮਾਤੀ ਤੇ ਨਿੱਜੀਗਤ ਹਿੱਤਾਂ ਅਨੁਸਾਰ ਮੋੜਾ ਦੇਣ ਦੇ ਯਤਨ ਹੋ ਰਹੇ ਸਨ। ਅਜਿਹੀ ਹਾਲਤ ਵਿੱਚ ਅਕਾਲੀ ਲੀਡਰਸ਼ਿਪ ਨੂੰ ਕਿਸੇ ਬੰਨਿਓਂ ਇਹ ਸਿਆਣੀ ਮੱਤ ਮਿਲ ਗਈ ਕਿ ਠੋਸ ਪਾਲਸੀ ਪ੍ਰੋਗਰਾਮ ਦੀ ਗੈਰ ਮੌਜੂਦਗੀ ਵਿੱਚ ਅਕਾਲੀ ਦਲ ਸਿਧਾਂਤਕ ਗੰਦਲ ਚੌਂਦ ਤੇ ਆਪਾ ਧਾਪੀ ਦੀ ਜਿੱਲਣ ਚੋਂ ਬਾਹਰ ਨਹੀਂ ਨਿਕਲ ਸਕੇਗਾ। ਇਸ ਰੌਸ਼ਨੀ ਵਿੱਚ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ 11 ਦਸੰਬਰ 1972 ਦੀ ਮੀਟਿੰਗ ਵਿੱਚ ਇਹ ਅਹਿਮ ਨਿਰਣਾ ਕਰ ਲਿਆ ਕਿ ਦੇਸ਼ ਦੇ ਸਮੁੱਚੇ ਰਾਜਸੀ ਘਟਨਾਕ੍ਰਮ ਤੇ ਸਿਆਸੀ ਦ੍ਰਿਸ਼ ਨੂੰ ਸਾਹਮਣੇ ਰੱਖਦਿਆਂ ਹੋਇਆਂ ਅਕਾਲੀ ਦਲ ਦੇ ਮਨੋਰਥਾਂ ਤੇ ਨੀਤੀਆਂ ਬਾਰੇ ਨਵੇਂ ਸਿਰਿਓਂ ਵਿਚਾਰ ਕਰਕੇ ਪਾਲਸੀ ਪ੍ਰੋਗਰਾਮ ਤਿਆਰ ਕੀਤਾ ਜਾਵੇ। ਇਸ ਮਕਸਦ ਵਾਸਤੇ ਉਸੇ ਮੀਟਿੰਗ ਵਿੱਚ ਸਰਦਾਰ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਹੇਠ ਇੱਕ 12 ਮੈਂਬਰੀ ਸਬ ਕਮੇਟੀ ਸਥਾਪਿਤ ਕੀਤੀ ਗਈ, ਜਿਸ ਨੂੰ ਜਲਦੀ ਤੋਂ ਜਲਦੀ ਪਾਲਸੀ ਪ੍ਰੋਗਰਾਮ ਤਿਆਰ ਕਰਕੇ ਵਰਕਿੰਗ ਕਮੇਟੀ ਅੱਗੇ ਰੱਖਣ ਦਾ ਆਦੇਸ਼ ਦਿੱਤਾ ਗਿਆ। ਇਸ ਸਬ ਕਮੇਟੀ ਨੇ 10 ਮਹੀਨਿਆਂ ਵਿੱਚ 11 ਬੈਠਕਾਂ ਕੀਤੀਆਂ ਅਤੇ ਪਾਲਸੀ ਪ੍ਰੋਗਰਾਮ ਦਾ ਖਰੜਾ ਤਿਆਰ ਕਰਕੇ ਵਰਕਿੰਗ ਕਮੇਟੀ ਦੇ ਸਪੁਰਦ ਕਰ ਦਿੱਤਾ। ਵਰਕਿੰਗ ਕਮੇਟੀ ਨੇ 16-17 ਅਕਤੂਬਰ 1973 ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਈ
2 ਰੋਜ਼ਾ ਮੀਟਿੰਗ ਅੰਦਰ ਇਸ ਖਰੜੇ ਉੱਤੇ ਭਰਵੀਂ ਬਹਿਸ ਵਿਚਾਰ ਕਰਨ ਉਪਰੰਤ ਲੋੜੀਂਦੀਆਂ ਸੋਧਾਂ ਤੇ ਅਦਲਾ ਬਦਲੀਆਂ ਕਰਕੇ ਇਸ ਖਰੜੇ ਨੂੰ ਅੰਤਮ ਰੂਪ ਵਿੱਚ ਪ੍ਰਵਾਨ ਕਰ ਲਿਆ। ਅਕਾਲੀ ਦਲ ਦੇ ਤਤਕਾਲੀ ਸਕੱਤਰ ਅਤੇ ਅਜਮੇਰ ਸਿੰਘ ਵੱਲੋਂ ਸਰਦਾਰ ਅਜਮੇਰ ਸਿੰਘ ਵੱਲੋਂ ਪਾਲਸੀ ਪ੍ਰੋਗਰਾਮ ਦਾ ਇਹ ਖਰੜਾ 17 ਅਕਤੂਬਰ 1973 ਨੂੰ ਬਾਕਾਇਦਾ ਰੂਪ ਵਿੱਚ ਜਾਰੀ ਕਰ ਦਿੱਤਾ ਗਿਆ। ਅਕਾਲੀ ਦਲ ਅੰਦਰ ਪਾਲਸੀ ਪ੍ਰੋਗਰਾਮਾਂ ਦੀ ਜਗ੍ਹਾ ਮਤਿਆਂ ਦੀ ਰਵਾਇਤ ਦਾ ਬੋਲਬਾਲਾ ਹੋਣ ਕਰਕੇ ਬਾਅਦ ਵਿੱਚ ਇਹ ਪਾਲਸੀ ਪ੍ਰੋਗਰਾਮ ਆਨੰਦਪੁਰ ਸਾਹਿਬ ਦੇ ਮਤੇ ਦੇ ਨਾਂ ਹੇਠ ਮਸ਼ਹੂਰ ਹੋਇਆ। ਆਨੰਦਪੁਰ ਸਾਹਿਬ ਦੇ ਮਤੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਬੁਨਿਆਦੀ ਸਿਧਾਂਤਾਂ ਤੇ ਮਨੋਰਥਾਂ ਨੂੰ ਅੰਕਿਤ ਕਰਨ ਤੋਂ ਇਲਾਵਾ ਆਰਥਿਕ, ਸੱਭਿਆਚਾਰਕ ਤੇ ਵਿਦਿਅਕ ਖੇਤਰ ਨਾਲ ਸੰਬੰਧਿਤ ਨੀਤੀਆਂ ਦਾ ਖੁਲਾਸਾ ਕੀਤਾ ਗਿਆ ਹੈ। ਨਾਲ ਹੀ ਸਿੱਖ ਪੰਥ ਦੀਆਂ ਕੁਝ ਉੱਭਰਵੀਆਂ ਫੌਰੀ ਮੰਗਾਂ ਤੇ ਮਸਲਿਆਂ ਨੂੰ ਵੀ ਉਭਾਰਿਆ ਗਿਆ ਹੈ। ਪਰ ਮਤੇ ਦਾ ਅਸਲੀ ਤੱਤ ਇਸ ਦੇ ਬੁਨਿਆਦੀ ਸਿਧਾਂਤਾਂ, ਮਨੋਰਥਾਂ ਤੇ ਰਾਜਸੀ ਨਿਸ਼ਾਨੇ ਵਾਲੇ ਭਾਗ ਅੰਦਰ ਸਮੋਇਆ ਹੋਇਆ ਹੈ। ਸਰਦਾਰ ਕਪੂਰ ਸਿੰਘ ਦੀ ਰਾਜਨੀਤਿਕ ਵਿਚਾਰਧਾਰਕ ਸੋਚ ਤੇ ਲਿਖਣ ਸ਼ੈਲੀ ਤੋਂ ਵਾਕਿਫ ਕਿਸੇ ਵੀ ਵਿਅਕਤੀ ਲਈ ਪੈਂਦੀ ਨਜ਼ਰੇ ਹੀ ਇਹ ਪਛਾਣ ਕਰ ਲੈਣੀ ਔਖੀ ਨਹੀਂ ਕਿ ਮਤੇ ਦਾ ਇਹ ਹਿੱਸਾ ਸਰਦਾਰ ਸਾਹਿਬ ਹੁਰਾਂ ਦੀ ਹੀ ਪ੍ਰਮਾਣਿਕ ਰਚਨਾ ਹੈ। ਸਰਦਾਰ ਕਪੂਰ ਸਿੰਘ 1962-63 ਤੋਂ ਹੀ ਜਦ ਤੋਂ ਸੰਤ ਫਤਿਹ ਸਿੰਘ ਨੇ ਮਾਸਟਰ ਤਾਰਾ ਸਿੰਘ ਨੂੰ ਲਾਂਭੇ ਕਰਕੇ ਅਕਾਲੀ ਦਲ ਦੀ ਵਾਗਡੋਰ ਸੰਭਾਲ ਲਈ ਹੋਈ ਸੀ ਅਤੇ ਅਕਾਲੀ ਦਲ ਤੇ ਅਕਾਲੀ ਰਾਜਨੀਤੀ ਦੇ ਫਿਰਕੂ ਕਰਨ ਦੀ ਰੁਚੀ ਪ੍ਰਗਟਾਉਣੀ ਸ਼ੁਰੂ ਕਰ ਦਿੱਤੀ ਹੋਈ ਸੀ। ਅਕਾਲੀ ਦਲ ਦੀ ਸਿਧਾਂਤਕ ਬੁਨਿਆਦ ਨੂੰ ਖੋਰਾ ਪਾਉਣ ਦੇ ਯਤਨਾਂ ਦਾ ਨਿਰੰਤਰ ਤਿੱਖਾ ਵਿਰੋਧ ਕਰਦੇ ਆ ਰਹੇ ਸਨ। ਉਹਨਾਂ ਨੂੰ ਇਹ ਗੱਲ ਬਹੁਤ ਦੁਖੀ ਤੇ ਪਰੇਸ਼ਾਨ ਕਰ ਰਹੀ ਸੀ ਕਿ ਅਕਾਲੀ ਲੀਡਰਸ਼ਿਪ ਹਿੰਦੂ ਹਾਕਮਾਂ ਦੀ ਖੁਸ਼ਨੂਦੀ ਹਾਸਲ ਕਰਨ ਲਈ ਖਾਲਸਾ ਪੰਥ ਦੇ ਮੂਲ ਆਸ਼ਿਆਂ ਤੇ ਇਸ ਦੀਆਂ ਰਾਜਸੀ ਮੰਗਾਂ ਨੂੰ ਪੇਤਲਾ ਰੂਪ ਦੇਣ ਅਤੇ ਸਿੱਖਾਂ ਦੇ ਮਨਾਂ ਚੋਂ ਆਜ਼ਾਦ ਪੰਥਕ ਹਸਤੀ ਦਾ ਅਹਿਸਾਸ ਤੇ ਜਜ਼ਬਾ ਖਤਮ ਕਰਨ ਉੱਤੇ ਤੁਲੀ ਹੋਈ ਹੈ। ਇਸ ਰੁਚੀ ਨੂੰ ਲਗਾਮ ਦੇਣ ਲਈ ਮਤੇ ਅੰਦਰ ਅਕਾਲੀ ਦਲ ਨੂੰ ਸਿੱਖ ਪੰਥ ਦੀ ਸਮੁੱਚੀ ਮਰਜ਼ੀ ਦਾ ਇੱਕੋ ਇੱਕ ਪ੍ਰਗਟਾਓ ਕਰਾਰ ਦਿੰਦਿਆਂ ਹੋਇਆਂ ਇਸ ਦੇ ਪੰਥਕ ਖਾਸੇ ਨੂੰ ਯਕੀਨੀ ਬਣਾਈ ਰੱਖਣ ਦੀ ਸੇਧ ਨਿਰਧਾਰਤ ਕੀਤੀ ਗਈ। ਅਕਾਲੀ ਦਲ ਦੇ ਮਨੋਰਥਾਂ ਦੀ ਗੱਲ ਕਰਦਿਆਂ ਹੋਇਆਂ ਸਿੱਖਾਂ ਵਿੱਚ ਪੰਥਕ ਆਜ਼ਾਦ ਹਸਤੀ ਦਾ ਅਹਿਸਾਸ ਕਾਇਮ ਰੱਖਣ ਉੱਤੇ ਉਚੇਚਾ ਜ਼ੋਰ ਦਿੱਤਾ ਗਿਆ ਅਤੇ ਸਿੱਖ ਕੌਮ ਦੀ ਪ੍ਰਭੁਤਾ ਦੇ ਸੰਕਲਪ ਨੂੰ ਅਮਲੀ ਜਾਮਾ ਪਹਿਨਾਉਣ ਲਈ ਅਜਿਹੇ ਦੇਸ਼ ਕਾਲ ਦੇ ਰਾਜਸੀ ਵਿਧਾਨ ਦੀ ਧਾਰਨਾ ਪੇਸ਼ ਕੀਤੀ ਗਈ ਜਿਸ ਵਿੱਚ ਸਿੱਖ ਪੰਥ ਦੇ ਕੌਮੀ ਜਜ਼ਬੇ ਤੇ ਕੌਮੀਅਤ ਦਾ ਪ੍ਰਗਟਾਓ ਪੂਰਨ ਤੌਰ ਤੇ ਮੂਰਤੀਮਾਨ ਤੇ ਪ੍ਰਜਵਲਿਤ ਹੋ ਸਕੇ। ਪੰਜਾਬੀ ਸੂਬੇ ਦੀ ਸਥਾਪਨਾ ਨਾਲ ਸਿੱਖ ਪੰਥ ਅੰਦਰ ਰਾਜਸੀ ਨਿਸ਼ਾਨੇ ਬਾਰੇ ਪੈਦਾ ਹੋਏ ਭੰਬਲ ਭੂਸੇ ਨੂੰ ਦੂਰ ਕਰਨ ਦੇ ਮੰਤਵ ਨਾਲ ਮਤੇ ਅੰਦਰ ਸਾਫ਼ ਸ਼ਬਦਾਂ ਵਿੱਚ ਇਹ ਗੱਲ ਚਿਤਾਰੀ ਗਈ ਕਿ ਪੰਥਕ ਰਾਜਸੀ ਨਿਸ਼ਾਨਾ ਨਿਸ਼ਚਿਤ ਤੌਰ ਤੇ ਦਸਮ ਪਾਤਸ਼ਾਹ ਦੇ ਆਦੇਸ਼ਾਂ ਸਿੱਖ ਇਤਿਹਾਸ ਦੇ ਪੰਨਿਆਂ ਅਤੇ ਖਾਲਸਾ ਪੰਥ ਦੇ ਮਨ ਅੰਦਰ ਵਿੱਚ ਉਕਰਿਆ ਚਲਿਆ ਆ ਰਿਹਾ ਹੈ, ਜਿਸ ਦਾ ਮਕਸਦ ਖਾਲਸਾ ਜੀ ਦੇ ਬੋਲ ਬਾਲੇ ਹੈ। ਖਾਲਸਾ ਜੀ ਦੇ ਇਸ ਜਨਮ ਸਿੱਧ ਅਧਿਕਾਰ ਨੂੰ ਦ੍ਰਿਸ਼ਟਮਾਨ ਕਰਨ ਲਈ ਲੋੜੀਂਦੇ ਦੇਸ਼ ਕਾਲ ਤੇ ਰਾਜਸੀ ਵਿਧਾਨ ਦੀ ਸਿਰਜਣਾ ਪ੍ਰਾਪਤੀ ਸ਼੍ਰੋਮਣੀ ਅਕਾਲੀ ਦਲ ਦੇ ਬੁਨਿਆਦੀ ਢਾਂਚੇ ਦੀ ਨੀਂਹ ਹੈ। ਦੇਸ਼ ਅੰਦਰ ਸਹੀ ਅਰਥਾਂ ਵਿੱਚ ਫੈਡਰਲ ਢਾਂਚੇ ਦੀ ਉਸਾਰੀ ਦੀ ਵਜਾਹਤ ਕਰਦੇ ਹੋਏ ਪੰਜਾਬ ਤੇ ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਕੇਂਦਰ ਦੇ ਦਖਲ ਨੂੰ ਕੇਵਲ ਡਿਫੈਂਸ, ਵਿਦੇਸ਼ੀ ਮਾਮਲੇ, ਸੰਚਾਰ, ਡਾਕ ਤਾਰਿਆਦ, ਰੇਲਵੇ ਤੇ ਕਰੰਸੀ ਦੇ ਖੇਤਰਾਂ ਤੱਕ ਸੀਮਿਤ ਰੱਖਣ ਦੀ ਧਾਰਨਾ ਪੇਸ਼ ਕੀਤੀ ਗਈ ਅਤੇ ਬਾਕੀ ਸਾਰੇ ਮਾਮਲਿਆਂ ਵਿੱਚ ਪੰਜਾਬ ਤੇ ਹੋਰਨਾਂ ਸੂਬਿਆਂ ਨੂੰ ਪੂਰਨ ਖੁਦ ਮੁਖਤਿਆਰ ਦੇਣ ਦੀ ਪੋਜੀਸ਼ਨ ਉਭਾਰੀ ਗਈ। ਅਕਾਲੀ ਦਲ ਦੀ ਫੈਡਰਲ ਢਾਂਚੇ ਬਾਰੇ ਉਪਰੋਕਤ ਧਾਰਨਾ ਅੰਦਰ ਕੋਈ ਨਵੀਂ ਜਾਂ ਵਿਸ਼ੇਸ਼ ਗੱਲ ਨਹੀਂ ਸੀ। ਬਰਤਾਨਵੀ ਹਾਕਮਾਂ ਵੱਲੋਂ ਭਾਰਤ ਨੂੰ ਆਜ਼ਾਦੀ ਸੌਂਪਣ ਮੌਕੇ ਕੈਬਨਿਟ ਮਿਸ਼ਨ ਯੋਜਨਾ ਅੰਦਰ ਇਨ ਬਿਨ ਇਹੋ ਤਜਵੀਜ਼ ਸੁਝਾਈ ਗਈ ਸੀ। ਆਜ਼ਾਦੀ ਤੋਂ ਬਾਅਦ ਕੁਝ ਰਾਜਸੀ ਤਾਕਤਾਂ ਵੱਲੋਂ ਲਗਾਤਾਰ ਅਜਿਹੀਆਂ ਮੰਗਾਂ ਉਠਾਈਆਂ ਜਾ ਰਹੀਆਂ ਸਨ, ਖਾਸ ਕਰਕੇ ਤਾਮਿਲਨਾਡੂ ਅੰਦਰਲੇ ਦਰਾਵੜ ਦਲਾਂ ਅਤੇ ਪੱਛਮੀ ਬੰਗਾਲ ਦੇ
ਤੇ ਕੇਰਲਾ ਦੀਆਂ ਕਮਿਊਨਿਸਟ ਤਾਕਤਾਂ ਸਾਲਾਂ ਤੋਂ ਇਸ ਮੰਗ ਉੱਤੇ ਜ਼ੋਰ ਦਿੰਦੀਆਂ ਆ ਰਹੀਆਂ ਸਨ, ਪਰ ਅਕਾਲੀ ਲੀਡਰਸ਼ਿਪ ਦੇ ਮੂੰਹੋਂ ਫੈਡਰਲ ਢਾਂਚੇ ਦੀ ਗੱਲ ਨਿਕਲਣ ਦੀ ਦੇਰ ਸੀ ਕਿ ਪੰਜਾਬ ਦੀਆਂ ਹਿੰਦੂ ਫਿਰਕਾ ਪ੍ਰਸਤ ਤਾਕਤਾਂ ਨੇ ਆਪਣੀ ਫਿਤਰਤ ਮੁਤਾਬਕ ਇਸ ਵਿਰੁੱਧ ਤਿੱਖਾ ਵੇਲਾ ਖੜਾ ਕਰ ਦਿੱਤਾ। ਹਮੇਸ਼ਾ ਵਾਂਗ ਭਾਸ਼ਾ ਪ੍ਰੈਸ ਨੇ ਇਸ ਸਿੱਖ ਵਿਰੋਧੀ ਫਿਰਕੂ ਪ੍ਰਚਾਰ ਮੁਹਿੰਮ ਦੀ ਤੁਰੰਤ ਕਮਾਨ ਸੰਭਾਲ ਲਈ। ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਦੁਹਾਈ ਪਿੱਟਦਿਆਂ ਹੋਇਆਂ ਆਨੰਦਪੁਰ ਸਾਹਿਬ ਦੇ ਮਤੇ ਨੂੰ ਵੱਖਵਾਦੀ ਕਹਿ ਕੇ ਭੰਡਿਆ ਜਾਣ ਲੱਗਾ ਅਤੇ ਇਸ ਦੀ 1940 ਵਾਲੇ ਮੁਸਲਿਮ ਲੀਗ ਦੇ ਮਤੇ ਨਾਲ ਤੁਲਨਾ ਕੀਤੀ ਜਾਣ ਲੱਗੀ। ਅਕਾਲੀ ਆਗੂਆਂ ਦੇ ਨਾਂ ਉੱਤੇ ਸਮੁੱਚੀ ਸਿੱਖ ਕੌਮ ਦੀ ਦੇਸ਼ ਪ੍ਰਤੀ ਵਫਾਦਾਰੀ ਬਾਰੇ ਸ਼ੰਕੇ ਪ੍ਰਗਟਾਏ ਜਾਣ ਲੱਗੇ। ਇਸ ਨਾਲ ਅਕਾਲੀ ਲੀਡਰਸ਼ਿਪ ਯਕਦਮ ਬਚਾਓ ਦੇ ਪੈਂਤੜੇ ਤੇ ਆ ਗਈ ਅਤੇ ਆਨੰਦਪੁਰ ਸਾਹਿਬ ਦੇ ਮਤੇ ਅੰਦਰ ਦਰਜ ਪੋਜੀਸ਼ਨਾਂ ਉੱਤੇ ਦ੍ਰਿੜਤਾ ਨਾਲ ਪਹਿਰਾ ਦੇਣ ਦੀ ਬਜਾਏ ਬਚਾਓ ਦੇ ਰਾਹ ਤਲਾਸ਼ਣ ਲੱਗ ਪਈ। ਅਸਲ ਵਿੱਚ ਅਕਾਲੀ ਲੀਡਰਸ਼ਿਪ ਅੰਦਰਲਾ ਮਾਇਆਧਾਰੀ ਰੁਚੀਆਂ ਵਾਲਾ ਸਵਾਰਥ ਜੀਵੀ ਵਰਗ ਅਜਿਹੀ ਕੋਈ ਵੀ ਪੋਜੀਸ਼ਨ ਲੈਣ ਤੋਂ ਤਰਹਿੰਦਾ ਹੈ ਜਿਸ ਨਾਲ ਉਸ ਦਾ ਹਿੰਦੂਵਾਦੀ ਤਾਕਤਾਂ ਨਾਲ ਭਾਈਵਾਲੀ ਦਾ ਰਾਹ ਬੰਦ ਹੁੰਦਾ ਹੋਵੇ। ਹਿੰਦੂਵਾਦੀ ਤਾਕਤਾਂ ਇੱਕ ਤਾਂ ਵੈਸੇ ਹੀ ਸਿਧਾਂਤਕ ਰੂਪ ਵਿੱਚ ਭਾਰਤ ਦੇ ਅੰਦਰ ਫੈਡਰਲ ਰਾਜ ਪ੍ਰਬੰਧ ਦੀ ਥਾਂ ਕਸਵੇਂ ਕੰਟਰੋਲ ਵਾਲੇ ਕੇਂਦਰ ਮੁਖੀ ਢਾਂਚੇ ਦੀ ਮੁੱਦਈ ਹੈ। ਇਸ ਕਰਕੇ ਉਹਨਾਂ ਨੂੰ ਆਮ ਰੂਪ ਵਿੱਚ ਹੀ ਫੈਡਰਲ ਢਾਂਚੇ ਦੀ ਤਜਵੀਜ਼ ਸਿਖਾਉਂਦੀ ਨਹੀਂ। ਉਹ ਕਿਸੇ ਹਾਲਤ ਵਿੱਚ ਕਿਸੇ ਹਿੰਦੂ ਬਹੁਗਿਣਤੀ ਵਾਲੇ ਰਾਜ ਲਈ ਤਾਂ ਵੱਧ ਅਧਿਕਾਰ ਦੀ ਮੰਗ ਨਾਲ ਸਹਿਮਤੀ ਪ੍ਰਗਟਾ ਸਕਦੀਆਂ ਹਨ, ਪਰੰਤੂ ਕਿਸੇ ਘੱਟ ਗਿਣਤੀ ਭਾਈਚਾਰੇ ਦੀ ਬਹੁਗਿਣਤੀ ਵਾਲੇ ਰਾਜ ਦੇ ਗਲ ਉਤੋਂ ਕੇਂਦਰ ਦੇ ਜੂਲੇ ਨੂੰ ਢਿੱਲਾ ਕਰਨ ਦੀ ਤਜਵੀਜ਼ ਨੂੰ ਉਹ ਉੱਕਾ ਹੀ ਬਰਦਾਸ਼ਤ ਨਹੀਂ ਕਰ ਸਕਦੀਆਂ। ਵਜ੍ਹਾ ਇਹ ਹੈ ਕਿ ਘੱਟ ਗਿਣਤੀ ਭਾਈਚਾਰੇ ਦੀ ਬਹੁਗਿਣਤੀ ਵਾਲੇ ਰਾਜਾਂ ਅੰਦਰ ਹਿੰਦੂ ਵਰਗ ਘੱਟ ਗਿਣਤੀ ਵਿੱਚ ਹੋਣ ਦੇ ਬਾਵਜੂਦ ਕੇਂਦਰ ਦੇ ਕਿਲੇ ਦੇ ਜ਼ੋਰ ਬਹੁਗਿਣਤੀ ਵਾਲੀ ਤੜੀ ਜਿਤਾ ਰਿਹਾ ਹੁੰਦਾ ਹੈ। ਇਸ ਤਰ੍ਹਾਂ ਘੱਟ ਗਿਣਤੀ ਭਾਈਚਾਰਿਆਂ ਦੀ ਬਹੁਗਿਣਤੀ ਵਾਲੇ ਰਾਜਾਂ ਅੰਦਰਲੀ ਹਿੰਦੂ ਵਸੋਂ ਦੇ ਇਹ ਸਵਾਰਥੀ ਹਿੱਤ ਉਸ ਨੂੰ ਫੈਡਰਲ ਢਾਂਚੇ ਦੀ ਮੰਗ ਦੇ ਵਿਰੋਧ ਵਿੱਚ ਖੜਾ ਕਰ ਦਿੰਦੇ ਹਨ। ਪੰਜਾਬ ਦਾ ਹਿੰਦੂ ਵਰਗ ਇਸ ਮਰਜ਼ ਦਾ ਸਭ ਨਾਲੋਂ ਵੱਧ ਸ਼ਿਕਾਰ ਹੈ। ਉਸ ਅੰਦਰ ਬਹੁਗਿਣਤੀ ਦਾ ਹੰਕਾਰ ਅਤੇ ਸਿੱਖ ਕੌਮ ਪ੍ਰਤੀ ਤਿਰਸਕਾਰ ਇਸ ਕਦਰ ਘਰ ਗਿਆ ਹੈ ਕਿ ਉਹ ਪੰਜਾਬ ਅੰਦਰ ਆਪਣੇ ਘੱਟ ਗਿਣਤੀ ਰੁਤਬੇ ਦੀ ਹਕੀਕਤ ਨਾਲ ਸਮਝੌਤਾ ਕਰਨ ਲਈ ਤਿਆਰ ਨਹੀਂ। ਉਹ ਸਿੱਖ ਕੌਮ ਨੂੰ ਹਰ ਪੱਖ ਤੋਂ ਕਮਜ਼ੋਰ ਤੇ ਦੁਬੇਲ ਬਣਾ ਕੇ ਰੱਖਣ ਦੀ ਸੋਚ ਤੇ ਰੁਚੀ ਪਾਲਦਾ ਹੈ। ਇਸ ਕਰਕੇ ਉਹ ਪੰਜਾਬ ਉੱਤੋਂ ਕੇਂਦਰ ਦਾ ਆਰਥਿਕ, ਰਾਜਸੀ ਅਤੇ ਸੱਭਿਆਚਾਰਕ ਗਲਬਾ ਖਤਮ ਹੋਇਆ ਦੇਖਣ ਦੀ ਥਾਂ ਪੰਜਾਬ ਨੂੰ ਹਰ ਪੱਖ ਤੋਂ ਕੇਂਦਰ ਦਾ ਮੁਹਤਾਜ ਹੋਇਆ ਦੇਖਣਾ ਚਾਹੁੰਦਾ ਹੈ, ਕਿਉਂਕਿ ਉਸ ਦੀਆਂ ਦਿਲੀ ਸਾਂਝਾਂ ਪੰਜਾਬ ਨਾਲ ਨਹੀਂ ਦਿੱਲੀ ਨਾਲ ਹਨ। ਇਸ ਦ੍ਰਿਸ਼ਟੀ ਤੋਂ ਦੇਖਿਆ ਉਸ ਵੱਲੋਂ ਆਨੰਦਪੁਰ ਸਾਹਿਬ ਦੇ ਮਤੇ ਦਾ ਚਲਾਇਆ ਵਿਰੋਧ ਸਾਫ਼ ਸਮਝ ਆਉਂਦਾ ਹੈ। ਅਕਾਲੀ ਲੀਡਰਸ਼ਿਪ ਨੇ 1973 ਵਿੱਚ ਆਨੰਦਪੁਰ ਸਾਹਿਬ ਦੇ ਮਤੇ ਨੂੰ ਸਿਧਾਂਤਕ ਸਪਸ਼ਟਤਾ ਚੋਂ ਅਤੇ ਦਿਲੀ ਨਿਸ਼ਚਾ ਨਾਲ ਪ੍ਰਵਾਨ ਨਹੀਂ ਸੀ ਕੀਤਾ। ਉਸਨੇ ਇੱਕ ਖਾਸ ਹਾਲਤ ਚੋਂ ਉਪਜੇ ਵਕਤੀ ਰੌਂ ਅਧੀਨ ਹੀ ਇਸ ਮਤੇ ਨਾਲ ਸਹਿਮਤੀ ਦਾ ਮੱਠਾ ਅਤੇ ਕੱਚਾ ਹੁੰਗਾਰਾ ਭਰਿਆ ਸੀ। ਇਹ ਅਕਸਰ ਦੇਖਣ ਚ ਆਇਆ ਹੈ ਕਿ ਅਕਾਲੀ ਆਗੂ ਜਦ ਬੇਦਲੀ ਤੇ ਨਿਰਾਸ਼ਾ ਦੀ ਮਨੋ ਦਸ਼ਾ ਵਿੱਚ ਵਿਚਰ ਰਹੇ ਹੁੰਦੇ ਹਨ ਤਾਂ ਉਹਨਾਂ ਅੰਦਰ ਕਈ ਵਾਰ ਇੱਕੋ ਮੌਕੇ ਤੋਂ ਉਲਟ ਦਿਸ਼ਾਵੀ ਪ੍ਰਤੀਕਰਮ ਪੈਦਾ ਹੁੰਦੇ ਹਨ। ਉਹ ਹਿੰਦੂ ਹਾਕਮਾਂ ਨਾਲ ਗੈਰ ਸਨਮਾਨਜਨਕ ਸ਼ਰਤਾਂ ਉੱਤੇ ਸਮਝੌਤੇ ਲਈ ਵੀ ਉਤਾਰੂ ਹੋ ਜਾਂਦੇ ਹਨ ਅਤੇ ਸਮਝੌਤਾ ਨਾ ਹੋ ਸਕਣ ਦੀ ਸੂਰਤ ਵਿੱਚ ਕਰਾਰੀਆਂ ਪੋਜੀਸ਼ਨਾਂ ਲੈਣ ਦੀ ਮਾਰਕੇਬਾਜ਼ੀ ਵੀ ਕਰ ਬੈਠਦੇ ਹਨ। ਪਰ ਆਮ ਇਹ ਵੇਖਣ ਵਿੱਚ ਆਇਆ ਹੈ ਕਿ ਸਿਧਾਂਤਕ ਸਪਸ਼ਟਤਾ ਤੇ ਵਚਨਬੱਧਤਾ ਦੀ ਬਜਾਏ ਕਿਸੇ ਵਕਤੀ ਰੌਂ ਅਧੀਨ ਲਈਆਂ ਗਈਆਂ ਪੋਜੀਸ਼ਨਾਂ ਬਹੁਤੀਆਂ ਗੰਢਣਸਾਰ ਸਾਬਤ ਨਹੀਂ ਹੁੰਦੀਆਂ। ਹਾਲਾਤ ਤੇ ਰੌਂ ਵਿੱਚ ਆਈ ਤਬਦੀਲੀ ਨਾਲ ਇਹਨਾਂ ਪੋਜੀਸ਼ਨਾਂ ਨੂੰ ਬੜੀ ਆਸਾਨੀ ਨਾਲ ਭੁਲਾ ਦਿੱਤਾ ਜਾਂਦਾ ਹੈ। ਆਨੰਦਪੁਰ ਸਾਹਿਬ ਦੇ ਮਤੇ ਨਾਲ ਠੀਕ ਇਹੋ ਗੱਲ ਵਾਪਰੀ। 1973 ਵਿੱਚ ਜਦ ਅਕਾਲੀ ਦਲ ਦੀ ਵਰਕਿੰਗ ਕਮੇਟੀ ਵੱਲੋਂ ਆਨੰਦਪੁਰ ਸਾਹਿਬ ਦੇ ਮਤੇ ਨਾਲ ਸਹਿਮਤੀ ਪ੍ਰਗਟਾਈ ਗਈ
ਤਾਂ ਅਕਾਲੀ ਲੀਡਰਸ਼ਿਪ ਯਕੀਨਨ ਹੀ ਦਿਲਗੀਰੀ ਦੀ ਅਵਸਥਾ 'ਚੋਂ ਗੁਜ਼ਰ ਰਹੀ ਸੀ। ਪਰ ਉਸ ਤੋਂ ਛੇਤੀ ਬਾਅਦ ਹਾਲਤਾਂ ਨੇ ਤਿੱਖੀ ਕਰਵਟ ਲੈ ਲਈ। ਜੈ ਪ੍ਰਕਾਸ਼ ਨਾਰਾਇਣ ਦੀ ਅਗਵਾਈ ਹੇਠ ਕਾਂਗਰਸੀ ਹਕੂਮਤ ਵਿਰੁੱਧ ਇੱਕ ਵਿਆਪਕ ਲਹਿਰ ਉੱਠ ਖੜੀ ਹੋਈ ਅਤੇ ਅਕਾਲੀ ਲੀਡਰਸ਼ਿਪ ਨੇ ਫੁਰਤੀ ਨਾਲ ਆਪਣੇ ਆਪ ਨੂੰ ਇਸ ਲਹਿਰ ਨਾਲ ਟੋਚਣ ਕਰ ਲਿਆ। ਇੱਕ ਵੱਡੇ ਅਤੇ ਜਾਨਦਾਰ ਕਾਂਗਰਸ ਵਿਰੋਧੀ ਲੋਕ ਉਭਾਰ ਦਾ ਅੰਗ ਬਣ ਜਾਣ ਨਾਲ ਅਕਾਲੀ ਲੀਡਰਸ਼ਿਪ ਬੇਦਲੀ ਤੇ ਨਿਰਾਸ਼ਾ ਦੇ ਆਲਮ ਚੋਂ ਨਿਕਲ ਕੇ ਉਤਸ਼ਾਹੀ ਰੌਂ ਵਿੱਚ ਆ ਗਈ। ਉਸਨੇ ਆਪਣੀ ਅਤੇ ਨਾਲ ਹੀ ਸਿੱਖ ਕੌਮ ਦੀ ਰਾਜਸੀ ਹੋਣੀ ਨੂੰ ਕਾਂਗਰਸ ਵਿਰੋਧੀ ਰਾਜਨੀਤਿਕ ਦਲਾਂ ਨਾਲ ਨੱਥੀ ਕਰ ਦਿੱਤਾ। ਅਕਾਲੀ ਲੀਡਰਸ਼ਿਪ ਦੁਆਰਾ ਅਪਣਾਈ ਗਈ ਇਹ ਰਾਜਨੀਤਿਕ ਸੇਧ ਉਸ ਵਾਸਤੇ ਹਕੂਮਤੀ ਸੱਤਾ ਦਾ ਰਾਹ ਤਾਂ ਸਾਫ਼ ਕਰਦੀ ਸੀ, ਪਰੰਤੂ ਇਸ ਨਾਲ ਸਿੱਖ ਪੰਥ ਦੀ ਆਜ਼ਾਦੀ ਦਾ ਰਾਹ ਮੋਕਲਾ ਨਹੀਂ ਸੀ ਹੁੰਦਾ। ਕਾਰਨ ਇਹ ਕਿ ਕਾਂਗਰਸ ਵਿਰੋਧੀ ਹਿੰਦੂ ਰਾਜਸੀ ਦਲਾਂ ਨਾਲ ਸਾਂਝ ਭਿਆਲੀ ਪਾਉਣ ਲਈ ਅਕਾਲੀ ਲੀਡਰਸ਼ਿਪ ਨੂੰ ਸਿੱਖ ਕੌਮ ਦੀ ਨਿਆਰੀ ਹਸਤੀ ਤੇ ਸੁਤੰਤਰ ਹੋਂਦ ਨੂੰ ਉੱਚਿਆਉਣ ਵਾਲੇ ਸਿਧਾਂਤਕ ਪੈਂਤੜੇ ਤੋਂ ਪੈਰ ਪਿਛਾਂਹ ਖਿਸਕਾਉਣੇ ਪੈਣੇ ਸਨ ਅਤੇ ਅਨੰਦਪੁਰ ਸਾਹਿਬ ਦੇ ਮਤੇ ਅੰਦਰ ਦਰਜ ਪੰਥਕ ਰਾਜਸੀ ਨਿਸ਼ਾਨੇ ਦੀ ਪੋਜੀਸ਼ਨ ਤਿਆਗਣੀ ਪੈਣੀ ਸੀ। ਅਕਾਲੀ ਦਲ ਵੱਲੋਂ ਜੈ ਪ੍ਰਕਾਸ਼ ਨਾਰਾਇਣ ਦੀ ਅਗਵਾਈ ਹੇਠਲੀ ਲਹਿਰ ਵਿੱਚ ਸ਼ਾਮਲ ਹੋ ਜਾਣ ਅਤੇ ਕਾਂਗਰਸ ਵਿਰੋਧੀ ਰਾਜਸੀ ਦਲਾਂ ਨਾਲ ਸਾਂਝਾ ਗੰਢ ਲੈਣ ਦੇ ਅਮਲ ਨੇ ਅਕਾਲੀ ਲੀਡਰਸ਼ਿਪ ਅੰਦਰਲੇ ਸਰਮਾਏਦਾਰ ਸਵਾਰਥਜੀਵੀ ਤੱਤਾਂ ਦੀਆਂ ਹਿੰਦੂਵਾਦੀ ਤਾਕਤਾਂ ਨਾਲ ਸਾਂਝ ਭਿਆਲੀ ਦੀਆਂ ਕੁਰੂਚੀਆਂ ਹੋਰ ਜ਼ਿਆਦਾ ਬਲ ਬਖਸ਼ ਦਿੱਤਾ। ਇਹ ਉਹ ਦੌਰ ਸੀ ਜਦ ਸਿੱਖ ਕੌਮ ਦੇ ਬੁਨਿਆਦੀ ਹਿੱਤਾਂ ਤੇ ਮਸਲਿਆਂ ਨੂੰ ਪਿੱਛੇ ਧੱਕ ਕੇ ਸਿੱਖ ਸਮਾਜ ਅੰਦਰਲੇ ਕੁਝ ਵਰਗਾਂ ਦੇ ਆਰਥਿਕ ਜਮਾਤੀ ਹਿੱਤਾਂ ਤੇ ਕੁਝ ਆਗੂਆਂ ਦੀਆਂ ਵਿਅਕਤੀਗਤ ਰਾਜਨੀਤਿਕ ਗਰਜਾਂ ਨੂੰ ਪ੍ਰਮੁਖਤਾ ਦੇਣ ਵਾਲੀ ਰਾਜਸੀ ਵਿਚਾਰਧਾਰਾ ਨੇ ਸਿੱਖ ਰਾਜਨੀਤੀ ਦੇ ਖੇਤਰ ਅੰਦਰ ਵੱਡੀ ਤਾਕਤ ਤੇ ਵੁਕਤ ਹਾਸਲ ਕਰ ਲਈ। ਇਸ ਸਾਰੇ ਅਰਸੇ ਦੌਰਾਨ ਅਕਾਲੀ ਲੀਡਰਸ਼ਿਪ ਨੇ ਅਨੰਦਪੁਰ ਸਾਹਿਬ ਦੇ ਮਤੇ ਬਾਰੇ ਲਗਾਤਾਰ ਮੁਕੰਮਲ ਚੁੱਪ ਵੱਟੀ ਰੱਖੀ। ਸਿੱਖ ਕੌਮ ਦੀ ਅਲੱਗ ਪਛਾਣ ਤੇ ਇਸ ਨੂੰ ਹਿੰਦੂਵਾਦ ਹੱਥੋਂ ਦਰਪੇਸ਼ ਖਤਰੇ ਦੀ ਗੱਲ ਉਸ ਦੇ ਮੂੰਹੋਂ ਕਦੇ ਭੁੱਲ ਕੇ ਵੀ ਨਹੀਂ ਨਿਕਲੀ। ਵੱਧ ਜ਼ੋਰ ਕਿਸਾਨੀ ਦੀ ਆਰਥਿਕ ਲੁੱਟ ਖਸੁੱਟ ਅਤੇ ਕਾਂਗਰਸੀ ਹਾਕਮਾਂ ਵੱਲੋਂ ਪੰਜਾਬ ਨਾਲ ਕੀਤੇ ਜਾ ਰਹੇ ਧੱਕੇ ਤੇ ਵਿਤਕਰੇ ਵਰਗੇ ਆਮ ਮੁੱਦਿਆਂ ਨੂੰ ਉਭਾਰਨ ਉੱਤੇ ਹੀ ਦਿੱਤਾ ਜਾਂਦਾ ਰਿਹਾ। ਹਿੰਦੂਵਾਦੀ ਤਾਕਤਾਂ ਨਾਲ ਸਾਂਝ ਭਿਆਲੀ ਦੇ ਅਮਲ ਵਿੱਚ ਭੰਗਣਾ ਪੈ ਜਾਣ ਦੇ ਡਰੋਂ ਪੰਜਾਬ ਨਾਲ ਵਿਤਕਰੇ ਦੇ ਪਿੱਛੇ ਕੰਮ ਕਰਦੀ ਸਿੱਖ ਦੁਸ਼ਮਣ ਹਿੰਦੂਵਾਦੀ ਸੋਚ ਅਤੇ ਇਸ ਦਾ ਹਿੰਦੂ ਧਰਮ ਦੇ ਆਮ ਗਲਬਾ ਪ੍ਰਸਤ ਖਾਸੇ ਨਾਲ ਸੰਬੰਧ ਉਘਾੜਨ ਤੋਂ ਲਗਾਤਾਰ ਟਾਲਾ ਵੱਟਿਆ ਜਾਂਦਾ ਰਿਹਾ। ਇਸ ਨਾਲ ਸੁਭਾਵਿਕ ਹੀ ਅਕਾਲੀ ਦਲ ਤੇ ਰਾਜਨੀਤੀ ਅੰਦਰ ਸਰਮਾਏਦਾਰ ਸਵਾਰਥਜੀਵੀ ਤੱਤਾਂ ਦੀ ਰਾਜਸੀ ਪੋਜੀਸ਼ਨ ਲਗਾਤਾਰ ਪੱਕੇ ਪੈਰੀ ਹੁੰਦੀ ਚਲੀ ਗਈ। ਅਕਾਲੀ ਦਲ ਅੰਦਰਲੀ ਟਕਸਾਲੀ ਧਾਰਾ ਆਪਣੀ ਸਿਧਾਂਤਕ ਅਯੋਗਤਾ, ਰਾਜਨੀਤਿਕ ਨਾੜੀਪੁਣੇ ਤੇ ਨੈਤਿਕ ਖਾਮੀਆਂ ਦੀ ਵਜ੍ਹਾ ਕਰਕੇ ਸਰਮਾਏਦਾਰ ਸਵਾਰਥਜੀਵੀ ਤੱਤਾਂ ਲਈ ਲਗਾਤਾਰ ਜ਼ਮੀਨ ਛੱਡਦੀ ਚਲੀ ਗਈ। ਜੈ ਪ੍ਰਕਾਸ਼ ਨਾਰਾਇਣ ਦੇ ਆਸ਼ੀਰਵਾਦ ਨਾਲ ਉਸਰੇ ਕਾਂਗਰਸ ਵਿਰੋਧੀ ਅਸਲ ਵਿੱਚ ਇੰਦਰਾ ਵਿਰੋਧੀ ਰਾਜਨੀਤਿਕ ਗੱਠਜੋੜ ਕੋਲੋਂ ਸਿੱਖ ਕੌਮ ਦੇ ਭਲੇ ਦੀ ਆਸ ਕਰਨੀ ਗਿਰਜਾਂ ਦੇ ਆਲਣਿਆਂ ਚੋਂ ਮਾਸ ਭਾਲਣ ਵਾਲੀ ਗੱਲ ਸੀ। ਇਸ ਗੱਠਜੋੜ ਅੰਦਰ ਸ਼ਾਮਲ ਪ੍ਰਮੁੱਖ ਰਾਜਨੀਤਿਕ ਦਲ ਤੇ ਇਹਨਾਂ ਦੀਆਂ ਮੋਹਰੀ ਹਸਤੀਆਂ ਮੁਰਾਰਜੀ ਦੇਸਾਈ, ਅਟਲ ਬਿਹਾਰੀ ਵਾਜਪਾਈ, ਚੌਧਰੀ ਚਰਨ ਸਿੰਘ, ਲਾਲ ਕ੍ਰਿਸ਼ਨ ਅਡਵਾਨੀ ਵਗੈਰਾ ਵਗੈਰਾ ਸਿੱਖ ਦੁਸ਼ਮਣੀ ਦੇ ਮਾਮਲੇ 'ਚ ਇੰਦਰਾ ਗਾਂਧੀ ਨਾਲੋਂ ਕਿਸੇ ਵੀ ਲਿਹਾਜ਼ ਨਾਲ ਪਿੱਛੇ ਨਹੀਂ ਸਨ। ਇਸ ਗੱਠਜੋੜ ਅੰਦਰ ਆਰੀਆ ਸਮਾਜੀ ਲਾਬੀ ਦਾ ਅਸਰ ਰਸੂਖ ਕਿਤੇ ਜ਼ਿਆਦਾ ਸੀ। ਸੋ ਜਦ ਅਕਾਲੀ ਦਲ 1977 ਵਿੱਚ ਕੇਂਦਰ ਵਿੱਚ ਸਥਾਪਿਤ ਹੋਈ ਜਨਤਾ ਗੱਠਜੋੜ ਸਰਕਾਰ ਵਿੱਚ ਭਾਈਵਾਲ ਬਣ ਗਿਆ ਤਾਂ ਆਰੀਆ ਸਮਾਜੀ ਤਾਕਤਾਂ ਨੇ ਵਿਰੋਧ ਤੇ ਸ਼ਰੀਕੇ ਦੀ ਭਾਵਨਾ ਚੋਂ ਸਿੱਖ ਪੰਥ ਵਿਰੁੱਧ ਆਪਣੇ ਵਿਚਾਰਧਾਰਕ ਹਮਲੇ ਦੀ ਧਾਰ ਤੇਜ਼ ਕਰ ਦਿੱਤੀ। ਸਿੱਖ ਕੌਮ ਦੀ ਨਿਆਰੀ ਹਸਤੀ ਦੇ ਦਾਅਵੇ ਨੂੰ ਚੁਣਵਾਂ ਨਿਸ਼ਾਨਾ ਬਣਾਉਂਦਿਆਂ ਹੋਇਆਂ ਅਨੰਦਪੁਰ ਸਾਹਿਬ ਦੇ ਮਤੇ ਨੂੰ ਫਿਰਕੂ ਤੇ ਵੱਖਵਾਦੀ ਗਰਦਾਨਣ ਦੀ ਸੁਰ ਉੱਚੀ ਚੁੱਕ ਦਿੱਤੀ ਗਈ।
ਬਾਵਜੂਦ ਇਸ ਤੱਥ ਦੇ ਕਿ ਅਕਾਲੀ ਲੀਡਰਸ਼ਿਪ ਨੇ ਇਸ ਮਤੇ ਨੂੰ ਅਮਲੀ ਤੌਰ ਤੇ ਪੂਰੀ ਤਰ੍ਹਾਂ ਨਕਾਰ ਛੱਡਿਆ ਹੋਇਆ ਸੀ ਅਤੇ 1977 ਦੀਆਂ ਚੋਣਾਂ ਮੌਕੇ ਅਕਾਲੀ ਦਲ ਵੱਲੋਂ ਜਾਰੀ ਕੀਤੇ ਗਏ ਚੋਣ ਮੈਨੀਫੈਸਟੋ ਨਾਲ ਜਾਂ ਚੋਣ ਪ੍ਰਚਾਰ ਅੰਦਰ ਇਸ ਮਤੇ ਦਾ ਕਿਤੇ ਜ਼ਿਕਰ ਤੱਕ ਨਹੀਂ ਸੀ ਕੀਤਾ ਗਿਆ। ਆਰੀਆ ਸਮਾਜੀ ਤਾਕਤਾਂ ਨੂੰ ਇਸ ਮਤੇ ਦਾ ਭੂਤ ਲਗਾਤਾਰ ਬੇਚੈਨ ਕਰ ਰਿਹਾ ਸੀ। ਉਹਨਾਂ ਦੇ ਮਨਾਂ ਨੂੰ ਉਹਨਾਂ ਚਿਰ ਧਰਵਾਸ ਨਹੀਂ ਸੀ ਆਉਂਦਾ ਜਿੰਨਾ ਚਿਰ ਅਕਾਲੀ ਲੀਡਰਸ਼ਿਪ ਇਸ ਮਤੇ ਨੂੰ ਦੋ ਟੁਕ ਰੂਪ ਵਿੱਚ ਰੱਦਣ ਅਤੇ ਤਿਆਗਣ ਦੀ ਪੋਜੀਸ਼ਨ ਨਹੀਂ ਸੀ ਲੈ ਲੈਂਦੀ। ਇਹ ਹਿੰਦੂਵਾਦੀ ਤਾਕਤਾਂ ਦੇ ਮਨ ਦਾ ਫੋਕਾ ਵਹਿਮ ਨਹੀਂ ਸੀ, ਸਗੋਂ ਸਿੱਖ ਪੰਥ ਦੀ ਨਿਆਰੀ ਹੋਂਦ ਨੂੰ ਖਤਮ ਕਰਕੇ ਉਸ ਨੂੰ ਹਿੰਦੂਵਾਦੀ ਦੇ ਵਹਿਣ ਅੰਦਰ ਸਮੋਹ ਲੈਣ ਦੇ ਯੁੱਧ ਨੀਤਿਕ ਉਦੇਸ਼ ਦੀ ਪੂਰਤੀ ਲਈ ਅਤੀ ਜ਼ਰੂਰੀ ਸ਼ਰਤ ਸੀ, ਕਿਉਂਕਿ ਪੰਥਕ ਆਜ਼ਾਦ ਹਸਤੀ ਦੇ ਅਹਿਸਾਸ ਤੇ ਜਜ਼ਬੇ ਵਾਲਾ ਕੰਡਾ ਕੱਢੇ ਬਗੈਰ ਹਿੰਦੂ ਮਨ ਦੀ ਇਹ ਮੁਰਾਦ ਪੂਰੀ ਨਹੀਂ ਸੀ ਹੋ ਸਕਦੀ ਤੇ ਨਾ ਹੀ ਹੋ ਸਕਦੀ ਹੈ ਹੁਣ ਤੱਕ। ਇਸੇ ਮੌਕੇ CPM ਦਾ ਆਗੂ ਹਰਕਿਸ਼ਨ ਸਿੰਘ ਸੁਰਜੀਤ ਵੀ ਆਪਣੀ ਸਿਧਾਂਤਕ ਮਤ ਤੇ ਰਾਜਸੀ ਲੋੜਾਂ ਦੇ ਤਹਿਤ ਇਸੇ ਦਿਸ਼ਾ ਵਿੱਚ ਕਾਰਜਸ਼ੀਲ ਸੀ। ਕਾਮਰੇਡ ਸੁਰਜੀਤ ਮੁੱਢ ਤੋਂ ਹੀ ਅਕਾਲੀ ਦਲ ਤੇ ਅਕਾਲੀ ਰਾਜਨੀਤੀ ਦਾ ਅਫਿਰਕੂਕਰਨ ਯਾਨੀ ਕਿ ਅਣਪੰਥਕੀਕਰਨ ਕਰਨ ਦੇ ਪੁਰਜ਼ੋਰ ਯਤਨ ਕਰਦਾ ਆ ਰਿਹਾ ਸੀ। ਇਸੇ ਸੋਚ ਤੇ ਉਦੇਸ਼ ਅਧੀਨ ਉਸ ਨੇ ਪੰਜਾਬੀ ਸੂਬੇ ਦੇ ਸੰਘਰਸ਼ ਦੌਰਾਨ ਮਾਸਟਰ ਤਾਰਾ ਸਿੰਘ ਦੇ ਮੁਕਾਬਲੇ ਸੰਤ ਫਤਿਹ ਸਿੰਘ ਦੀ ਖੁੱਲ੍ਹ ਕੇ ਮਦਦ ਕੀਤੀ। 1967 ਵਿੱਚ ਪੰਜਾਬ ਅੰਦਰ ਗੈਰ ਕਾਂਗਰਸੀ ਗੱਠਜੋੜ ਸਰਕਾਰ ਦੀ ਸਥਾਪਨਾ ਵਿੱਚ ਉਸਨੇ ਕਾਫੀ ਉੱਭਰਵਾਂ ਰੋਲ ਨਿਭਾਇਆ ਅਤੇ ਗੈਰ ਕਾਂਗਰਸੀ ਦਲਾਂ ਦੇ ਸਾਂਝੇ ਮੋਰਚੇ ਦੇ ਕਨਵੀਨਰ ਦੀ ਹੈਸੀਅਤ ਵਿੱਚ ਅਕਾਲੀ ਲੀਡਰਸ਼ਿਪ ਨਾਲ ਨੇੜਲਾ ਰਾਬਤਾ ਗੰਢਣ ਵਿੱਚ ਚੋਖੀ ਸਫਲਤਾ ਹਾਸਲ ਕਰ ਲਈ। ਇਸ ਦੇ ਬਾਅਦ ਉਹ ਅਕਾਲੀ ਲੀਡਰਸ਼ਿਪ ਅੰਦਰਲੇ ਆਪਣੇ ਸੰਪਰਕਾਂ ਰਾਹੀਂ ਅਕਾਲੀ ਰਾਜਨੀਤੀ ਨੂੰ ਆਪਣੇ ਪੱਖ ਵਿੱਚ ਪ੍ਰਭਾਵਿਤ ਕਰਨ ਅਰਥਾਤ ਅਫਿਰਕੂਕਰਨ ਦੇ ਨਾਂ ਹੇਠ ਇਸ ਨੂੰ ਪੰਥਕ ਦਿਸ਼ਾ ਤੋਂ ਥੜਕਾਉਣ ਦੀਆਂ ਨਿਰੰਤਰ ਕੋਸ਼ਿਸ਼ਾਂ ਵਿੱਚ ਜੁਟਿਆ ਹੋਇਆ ਸੀ। 1977 ਵਿੱਚ ਜਦ ਕਾਂਗਰਸ ਵਿਰੋਧੀ ਗੱਠਜੋੜ ਦੀ ਰਾਜਨੀਤੀ ਨੇ ਇੱਕ ਵਾਰ ਫਿਰ ਕੇਂਦਰੀ ਸਥਾਨ ਗ੍ਰਹਿਣ ਕਰ ਲਿਆ ਤਾਂ ਕਾਮਰੇਡ ਸੁਰਜੀਤ ਨੂੰ ਅਕਾਲੀ ਰਾਜਨੀਤੀ ਅੰਦਰ ਦਖਲ ਦੇਣ ਦਾ ਸੁਨਹਿਰੀ ਮੌਕਾ ਜੁੜ ਗਿਆ। ਅਕਾਲੀ ਦਲ DMK ਤੇ ਨੈਸ਼ਨਲ ਕਾਨਫਰੰਸ ਵਰਗੀਆਂ ਖੇਤਰੀ ਪਾਰਟੀਆਂ ਵਾਂਗ CPM ਨੂੰ ਵੀ ਪੱਛਮੀ ਬੰਗਾਲ ਤੇ ਕੇਰਲਾ ਅੰਦਰ ਆਪਣੀਆਂ ਸੂਬਾਈ ਸਰਕਾਰਾਂ ਚਲਾਉਣ ਵਿੱਚ ਕੇਂਦਰੀ ਹਕੂਮਤ ਦੀ ਨਹੱਕੀ ਦਖਲ ਅੰਦਾਜ਼ੀ ਤੇ ਧੱਕੇਸ਼ਾਹੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਕਰਕੇ CPM ਵੀ ਖੇਤਰੀ ਪਾਰਟੀਆਂ ਵਾਂਗ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਮੁੱਦਈ ਬਣ ਗਈ ਸੀ ਅਤੇ ਉਸ ਨੇ ਇਸ ਮੁੱਦੇ ਉੱਤੇ ਵਿਸ਼ਾਲ ਰਾਜਨੀਤਿਕ ਲਾਮਬੰਦੀ ਕਰਨ ਦਾ ਪੇਚ ਪੈਂਤੜਾ ਅਖਤਿਆਰ ਕਰ ਲਿਆ ਸੀ। ਇਸ ਮਾਮਲੇ 'ਚ ਅਕਾਲੀ ਦਲ ਨਾਲੋਂ ਜਾਂ ਵੱਲੋਂ ਨਿੱਗਰ ਭੂਮਿਕਾ ਨਿਭਾਏ ਜਾਣ ਦੀਆਂ ਸੰਭਾਵਨਾਵਾਂ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ CPM ਦੀ ਲੀਡਰਸ਼ਿਪ ਨੇ ਅਕਾਲੀ ਆਗੂਆਂ ਉੱਤੇ ਡੋਰੇ ਪਾਉਣ ਦੇ ਯਤਨ ਆਰੰਭ ਦਿੱਤੇ, ਪਰ ਕਿਉਂਕਿ ਉਸਨੇ ਅਕਾਲੀ ਦਲ ਉੱਤੇ ਇੱਕ ਧਰਮ ਆਧਾਰਿਤ ਪਾਰਟੀ ਹੋਣ ਦੇ ਨਾਤੇ ਫਿਰਕੂਪੁਣੇ ਦਾ ਲੇਬਲ ਚਿਪਕਾ ਰੱਖਿਆ ਹੋਇਆ ਸੀ, ਇਸ ਕਰਕੇ ਅਕਾਲੀ ਦਲ ਨਾਲ ਰਾਜਸੀ ਸਾਂਝ ਗੰਢਣ ਲਈ ਇਸ ਨੂੰ ਸੈਕੂਲਰ ਤੇ ਜਮਹੂਰੀ ਦਿੱਖ ਪ੍ਰਦਾਨ ਕਰਨੀ ਉਸ ਦੀ ਜ਼ਰੂਰੀ ਲੋੜ ਬਣ ਗਈ ਸੀ। ਸੋ ਇਸ ਦ੍ਰਿਸ਼ਟੀ ਤੋਂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੇ ਅਕਾਲੀ ਲੀਡਰਸ਼ਿਪ ਉੱਤੇ ਆਨੰਦਪੁਰ ਸਾਹਿਬ ਦੇ ਮਤੇ ਨੂੰ ਜਾਂ ਤਾਂ ਦੋ ਟੁਕ ਰੂਪ 'ਚ ਰੱਦ ਕਰਨ ਜਾਂ ਇਸ ਅੰਦਰ ਰੱਦੋ ਬਦਲ ਕਰਕੇ ਇਸ ਨੂੰ ਵਧੇਰੇ ਪਚਣਯੋਗ ਬਣਾਉਣ ਲਈ ਦਬਾਅ ਪਾ ਰੱਖਿਆ ਹੋਇਆ ਸੀ। ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਕਾਂਗਰਸ ਪਾਰਟੀ ਨੂੰ ਹਕੂਮਤੀ ਸੱਤਾ ਤੋਂ ਲਾਂਭੇ ਕਰ ਦੇਣ ਅਤੇ ਗੈਰ ਕਾਂਗਰਸੀ ਗੱਠਜੋੜ ਸਰਕਾਰ ਵਿੱਚ ਅਕਾਲੀ ਦਲ ਦੀ ਸ਼ਮੂਲੀਅਤ ਨਾਲ ਸਿੱਖ ਪੰਥ ਅੰਦਰ ਜਿੱਤ ਤੇ ਸੰਤੁਸ਼ਟੀ ਦਾ ਰੌਂ ਪਸਰਿਆ ਹੋਇਆ ਸੀ। ਕੇਂਦਰ ਤੇ ਸੂਬਾਈ ਪੱਧਰ ਤੇ ਅਕਾਲੀ ਦਲ ਦੀ ਹਿੰਦੂਵਾਦੀ ਤਾਕਤਾਂ ਨਾਲ ਰਾਜ ਸੱਤਾ ਵਿੱਚ ਸਾਂਝ ਭਿਆਲੀ ਨੇ ਸਿੱਖ ਪੰਥ ਅੰਦਰ ਹਿੰਦੂ ਸਿੱਖ ਏਕਤਾ ਦੇ ਪੱਖ ਵਿੱਚ ਅਜਿਹਾ ਮਾਹੌਲ ਸਿਰਜ ਦਿੱਤਾ ਸੀ
ਕਿ ਸਿੱਖ ਚੇਤਨਾ ਅੰਦਰ ਖਾਲਸਾ ਪੰਥ ਦੀ ਅਲੱਗ ਪਛਾਣ ਦਾ ਅਹਿਸਾਸ ਮੱਧਮ ਪੈ ਗਿਆ ਸੀ। ਇਸ ਭਾਗ ਲਈ ਇਹਨਾਂ ਨੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।